ਦਲਜੀਤ ਚੀਮਾ ਸਾਡੇ ਨਾਲ ਜੁੜੇ ਹੋਏ ਨੇ। ਚੀਮਾ ਜੀ, ਕੀ ਕਹਿਣਾ ਚਾਹੋਗੇ ਇਸ ਤੇ? ਕਹਿ ਰਹੇ ਨੇ ਕਿ ਯੂਨੀਅਨ ਟੈਰੀਟਰੀ ਹੈ, ਕੇਂਦਰ ਸਰਕਾਰ ਦੇ ਅੰਡਰ ਆਉਂਦੀ ਹੈ ਜੀ। ਪਹਿਲਾਂ ਤਾਂ ਮੈਂ ਰਮਨ ਮਲਿਕ ਜੀ ਦੀ ਭਾਸ਼ਾ ਦੇ ਉੱਤੇ ਮੈਨੂੰ ਸਖਤ ਇਤਰਾਜ਼ ਆ। ਇੰਨੀ ਹੈਂਕੜਬਾਜ਼ੀ ਵਾਲੀ ਔਰ ਇੰਨੀ ਆਕੜੀ ਗਰਦਨ ਵਾਲੀ ਭਾਸ਼ਾ ਜਿਹੜੀ ਆ, ਇਹ ਕੇਂਦਰ ਸਰਕਾਰ ਦੀ ਸ਼ਾਇਦ ਤੇ ਇਹ ਭਾਸ਼ਾ ਬੋਲ ਕੇ ਸਮੁੱਚੇ ਪੰਜਾਬੀਆਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰ ਜੇ ਸਪੋਕਸਮੈਨ ਦੀ ਭਾਸ਼ਾ। ਤੁਸੀਂ ਕੀ ਗੱਲ ਸੁਣ ਲਓ, ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਬੋਲ ਰਿਹਾ, ਤੁਸੀਂ ਸੁਣ ਲਓ ਜੀ। ਜੇ ਇੱਕ ਬੁਲਾਰੇ ਦੀ ਭਾਸ਼ਾ ਦੇ ਵਿੱਚ ਹੈਂਕੜਬਾਜ਼ੀ ਹੈ, ਇੱਕ ਇੰਨੀ ਹੈਂਕੜਬਾਜ਼ੀ ਹੈ ਇੱਕ ਬੁਲਾਰੇ ਦੀ ਭਾਸ਼ਾ ਦੇ ਵਿੱਚ, ਇਹ ਤਾਂ ਉਸ ਤਰ੍ਹਾਂ ਗੱਲ ਕਰਦੇ ਪਏ ਜਿਵੇਂ ਕਿਸੇ ਦੀ ਜ਼ਮੀਨ ਦੱਬਣ ਵਾਸਤੇ ਧਮਕੀ ਦੇਣੀ ਹੁੰਦੀ ਹੈ ਨਾ। ਇਹ ਬੁਲਾਰਿਆਂ ਦੀ ਭਾਸ਼ਾ ਨਹੀਂ ਹੁੰਦੀ। ਤੁਸੀਂ ਸਾਡਾ ਪਾਣੀ ਲੈ ਲਿਆ, ਤੁਸੀਂ ਸਾਡੀ ਜ਼ਮੀਨਾਂ ਲੈ ਕੇ ਬੈਠੇ ਹੋ, ਫਿਰ ਕਹਿੰਦੇ ਹੋ ਕਿ ਇਹ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਸੀ। ਮੈਂ ਤੁਹਾਨੂੰ ਪਿੰਡਾਂ ਦੇ ਲਿਸਟ ਵੀ ਦੇ ਦੇਣਾ, ਤੁਸੀਂ ਗੱਲ ਸੁਣ ਲਓ। ਇੰਨੀ ਹੈਂਕੜਬਾਜ਼ੀ ਚ ਜੇ ਤੁਸੀਂ ਕਹਿ ਰਹੇ ਕਿ ਕਿਸੇ ਦੇ ਪਿਓ ਦੀ ਜ਼ਮੀਨ ਨਹੀਂ ਹੈ, ਕਿਹੜੀ ਭਾਸ਼ਾ ਹੁੰਦੀ ਆ? ਨਹੀਂ ਹੈ ਕਿਸੇ ਦੀ, ਇਸ ਤਰੀਕੇ ਦੀ ਜ਼ਮੀਨ ਨਹੀਂ ਹੈ ਚੰਡੀਗੜ੍ਹ। ਨਾ ਕਰੋ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤੁਸੀਂ ਕੋਸ਼ਿਸ਼ ਨਾ ਕਰੋ। ਮਾਹੌਲ ਤੇ ਤੁਸੀਂ ਖਰਾਬ ਕੀਤਾ ਹੈ, ਤੁਹਾਡੀ ਸਰਕਾਰ ਹੈ, ਪਰ ਇਹ ਭਾਸ਼ਾ ਕਦੀ ਵੀ ਪੰਜਾਬੀਆਂ ਨੇ ਪ੍ਰਵਾਨ ਨਹੀਂ ਕੀਤੀ। ਮੈਂ ਖੱਟੜ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਆਪਣੇ ਬੁਲਾਰਿਆਂ ਨੂੰ ਕਹਿਣ ਕਿ ਸੰਜਮ ਦੇ ਨਾਲ ਆ ਕੇ ਦਲੀਲ ਦੇ ਨਾਲ ਧਰਮ ਦੇ ਨਾਲ ਗੱਲ ਕਰ। ਇਸ ਤਰ੍ਹਾਂ ਅੱਖਾਂ ਕੱਢ ਕੇ ਜਿਹੜੀ ਭਾਸ਼ਾ ਹੁੰਦੀ ਹੈ ਨਾ, ਤੁਸੀਂ ਕਹੋ ਇਹ ਭਾਸ਼ਾ ਬਹੁਤ ਮਾੜੀ ਹੈ, ਇਹ ਬਹੁਤ ਮਾੜੀ ਹੈ। ਔਰ ਪੰਜਾਬ ਨੂੰ ਪਾਣੀ ਨਹੀਂ ਦੇंगे। ਤੁਸੀਂ ਗੱਲ ਸੁਣ ਲਓ ਮੇਰੀ। ਹਮਾਰਾ ਪਾਣੀ ਚੁਰਾ ਕੇ ਬੈਠੇ ਹਮ ਚੁੱਪ ਰਹੇ। ਤੁਸੀਂ ਮਾਲਿਕ ਸਾਹਿਬ ਗੱਲ ਸੁਣ ਲਓ ਪਹਿਲਾਂ ਨਾ, ਮੇਰੀ ਜਿਹੜੀ ਗੱਲ ਹੈ ਤੁਸੀਂ ਗੱਲ ਸੁਣ ਲਓ। ਤਿਆਰ ਨਹੀਂ ਆ, ਤੁਸੀਂ ਤਾਂ ਧਮਕੀਆਂ ਦੇਣ ਲੱਗ ਗਏ। ਤੁਸੀਂ ਤਾਂ ਲੱਗਦਾ ਹੈ ਜਿਵੇਂ ਸਾਨੂੰ ਪੰਜਾਬ ਚੋਂ ਵੀ ਕੱਢ ਕੇ ਪਾਕਿਸਤਾਨ ਚ ਮਾਰ ਦੇਣਾ। ਇਹ ਭਾਸ਼ਾ ਬੁਲਾਰਿਆਂ ਦੀ ਨਹੀਂ ਹੁੰਦੀ। पूछ रहा हूँ ना कि आप ये बताओ, आपको पूछना चाहूंगा मैं ਗੱਲ ਪੂਰੀ ਹੋ ਲੈਣ ਦਿਓ ਮਲਿਕ ਜੀ, ਗੱਲ ਪੂਰੀ ਹੋ ਲੈਣ ਦਿਓ ਜੀ। ਚੀਮਾ ਜੀ, ਨਹੀਂ ਇਹਨਾਂ ਦੀ ਗੱਲ ਸੁਣ ਲਓ ਜੇ ਜ਼ਿਆਦਾ ਇੰਪੋਰਟੈਂਟ ਹੈ ਦੇ ਵਿੱਚ ਬੋਲੀ ਜਾਣਾ ਵਾਰ-ਵਾਰ। ਤਾਂ ਮੈਂ ਤਾਂ ਇਹਨਾਂ ਦੀ ਭਾਸ਼ਾ ਤੇ ਇਤਰਾਜ਼ ਕੀਤਾ ਪਹਿਲਾਂ ਕਿ ਇਹ ਭਾਸ਼ਾ ਬਿਲਕੁਲ ਗਲਤ ਹੈ। ਔਰ ਮੈਂ ਖੱਟੜ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣੇ ਬੁਲਾਰਿਆਂ ਨੂੰ ਕਹੋ ਕਿ ਆਪਣੀ ਭਾਸ਼ਾ ਦੇ ਉੱਤੇ ਕੰਟਰੋਲ ਰੱਖਣ। ਅੱਛਾ, ਉਹ ਕਹਿ ਰਹੇ ਨੇ ਕਿ ਯੂਨੀਅਨ ਟੈਰੀਟਰੀ ਹੈ ਚੰਡੀਗੜ੍ਹ, ਉਹ ਕਹਿ ਰਹੇ ਨੇ ਕਿ ਯੂਨੀਅਨ ਟੈਰੀਟਰੀ ਹੈ ਚੰਡੀਗੜ੍ਹ, ਕੇਂਦਰ ਦੇ ਅੰਡਰ ਹੈ, ਪੰਜਾਬ ਦਾ ਇਸ ਦੇ ਉੱਤੇ ਉਸ ਤਰੀਕੇ ਨਾਲ ਹੱਕ ਨਹੀਂ ਹੈ। ਹਰਿਆਣਾ ਤੇ ਪੰਜਾਬ ਦੋਵਾਂ ਦੀ ਰਾਜਧਾਨੀ ਹੈ ਜੀ। ਕਿਸੇ ਨੇ ਕਿਸੇ ਐਡਮਿਨਿਸਟ੍ਰੇਟਰ ਨੂੰ ਕੋਈ ਹੱਕ ਨਹੀਂ ਦਿੱਤਾ ਕਿ ਕਿਸੇ ਸੂਬੇ ਦੀ ਕਿਸੇ ਯੂਟੀ ਦੀ ਉਹ ਬਾਉਂਡਰੀ ਚੇਂਜ ਕਰ ਸਕੇ। ਇਹ ਕਲੀਅਰ ਹੋਣਾ ਚਾਹੀਦਾ ਜੀ। ਗਵਰਨਰ ਸਾਹਿਬ ਪੰਜਾਬ ਦੇ ਗਵਰਨਰ ਨੇ, ਯੂਟੀ ਦੇ ਐਡਮਿਨਿਸਟ੍ਰੇਟਰ ਨੇ। ਲੇਕਿਨ ਇਹ ਮਸਲਾ ਇੰਨੇ ਸਾਲ ਹੱਲ ਕਿਉਂ ਨਹੀਂ ਕੀਤਾ ਗਿਆ? ਕਿਉਂਕਿ ਇਸ ਨੂੰ ਲੈ ਕੇ ਹੱਲ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਨੇ, हल क्यों नहीं हो रहा? केंद्र सरकार हमेशा बेईमान रही है। देखिए मैंने एक चीज और बोली जो आप अभी इनसे नहीं पूछ रहे। जी रमन, ये पूछिए कि अगर यूनियन टेरिटरी है और इनको ये आपत्ति है कि यूनियन गवर्नमेंट कैसे दे सकती है, तो सुप्रीम कोर्ट जाने में इनको क्या दिक्कत है? सुप्रीम कोर्ट के ऊपर विश्वास नहीं है क्या? जैसे पानी के फैसले के ऊपर आप सुप्रीम कोर्ट का मजाक उड़ाना चाहते हैं और बार बार कोशिश करते हैं, आप क्या इस फैसले इसके ऊपर भी आप करेंगे? आप जाइए सुप्रीम कोर्ट। जी चीमा जी, देखो गल है भी ਅਸੀਂ ਇਹਨਾਂ ਦੇ ਹੁਕਮ ਮੰਨਣੇ ਆ ਵੀ ਤੁਸੀਂ ਸੁਪਰੀਮ ਕੋਰਟ ਜਾਓ, ਤੁਸੀਂ ਇਹ ਜਾਓ। ਮੈਂ ਤਾਂ ਹੈਰਾਨ ਆ ਕਿ ਕਿਸ ਅਥਾਰਟੀ ਦੇ ਨਾਲ ਇਹ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ। ਮੈਂ ਪਹਿਲਾਂ ਵੀ ਉਸੇ ਗੱਲ ਤੇ ਇਤਰਾਜ਼ ਕੀਤਾ ਸੀ, ਹੁਣ ਵੀ ਫਿਰ ਉਸੇ ਗੱਲ ਤੇ ਇਤਰਾਜ਼ ਕਰਦਾ कि ना तो भाई साहब ये देश का संविधान कहता है कि अगर आपको किसी चीज से प्रॉब्लम है तो रमन जी ਵਿੱਚ ਨਾ ਟੋਕੋ, ਗੱਲ ਪੂਰੀ ਕਰ ਲੈਣ ਜਦੋਂ ਬੋਲਣਾ ਸ਼ੁਰੂ ਕਰਦਾ ਤੁਸੀਂ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਹੋ। ਹੁਣ ਗੱਲ ਸੁਣੋ ਜੀ, ਭਾਈ ਸਾਹਿਬ ਲੌਜੀਕਲ ਬਾਤ ਕਰੋ ਨਾ। ਯੂਟੀ ਦੇ ਕਿਸੇ भगवंत की तरह बात करते रहते हो, ਨਾ ਕਿਸੇ ਗ੍ਰਹਿ ਮੰਤਰੀ, राहुल गांधी की तरह ਕਿਸੇ ਨੂੰ बात ਕੋਈ करते ਰਾਈਟ ਨਹੀਂ ਹੈ, ਕਿਸੇ ਨੂੰ ਕੋਈ ਰਾਈਟ ਨਹੀਂ ਹੈ ਕਿ ਉਹ ਕਿਸੇ ਸਟੇਟ ਤੇ ਯੂਟੀ ਦੀ ਬਾਉਂਡਰੀ ਚੇਂਜ ਕਰ ਦੇਵੇ। ਇਸ ਕਰਕੇ ਪਾਰਲੀਮੈਂਟ ਦਾ ਵਿਸ਼ਾ ਹੁੰਦਾ। ਇਹਦੇ ਵਾਸਤੇ ਇਸ ਤਰ੍ਹਾਂ ਨਹੀਂ ਹੁੰਦਾ ਕਿ क्या बाउंड्री चेंज हो रही है? यूटी की बाउंड्री चेंज हो रही है? मैं तो आपसे ये पूछ रहा हूँ, यूटी की बाउंड्री चेंज हो रही है? ਰਮਨ ਜੀ ਸੁਨੀਲ ਜਾਖੜ ਦਾ ਬਿਆਨ ਹੈ, ਬੀਜੇਪੀ ਦੇ ਹੀ ਆਗੂ ਨੇ, ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਸੂਬੇ ਜੋ ਮੌਜੂਦਾ ਵਿਧਾਨ ਸਭਾ ਹੈ ਉਸੇ ਨੂੰ ਵਰਤਣ, ਵੱਖਰੀ ਵਿਧਾਨ ਸਭਾ ਦੀ ਮੰਗ ਗਲਤ ਹੈ। ਉਹ ਖੁਦ ਕਹਿ ਰਹੇ ਨੇ ਕਿ ਚੰਡੀਗੜ੍ਹ ਪੰਜਾਬ ਦਾ ਹੈ। देखिए वो सुनील जाखड़ जी क्या कह रहे हैं, वो उनका और पंजाब बीजेपी उसका देंगी, लेकिन मैं इतना जरूर बोल सकता हूँ कि हरियाणा विधानसभा के अंदर जिस परिसीमन की अभी बात चल रही है और वो परिसीमन आना है, उसके बाद जिस प्रकार से एमएलए बढ़ेंगे, तो वो एमएलए बढ़ने के उपरांत जो व्यवस्थाएं चाहिए वो उसमें पूर्ण नहीं हो सकती, नंबर 1। और वही हालत पंजाब की भी होगी कि पंजाब के विधानसभा जो है
उसमें भी एमएलए साहिबान बढ़ेंगे तो उनकी भी जरूरत होगी। तो उसका एक लॉजिकल कंक्लूजन है वो ये निकलता है कि आप दोनों असेंबलियों को बड़ा करना पड़ेगा आपको, आप उसको छोटा नहीं रहने दे सकते। अब वही बात आती है कि अगर आपको केंद्र सरकार की किसी भी नीति से, रीति से, आपको एडमिनिस्ट्रेटर की चीज से आपको कोई परेशानी है तो आप उसके खिलाफ देश के अंदर जो व्यवस्था है, जो संविधान कहता है कि आप जुडिशरी के अलग अलग जो तले हैं उसके माध्यम से जाके अपने आप को जो जस्टिस दिलानी है वो दिलाएं। ये एक सभ्य तरीका है। लेकिन ये जो है ये हुड़दंगबाजी, ये धमकी देना, ये बोलना कि नहीं ये हमारा ही है, हम तो करने ही नहीं देंगे। आपने SYL के ऊपर भी आपने इसी प्रकार से पिछले 40 साल से तमाशा एक बनाया हुआ है। आपको सुप्रीम कोर्ट के कहे हुए दिशा निर्देश दिए हुए जो हैं उनके ऊपर काम करने के लिए आप बिल्कुल तैयार नहीं है। आप बार बार हर चीज के अंदर इस प्रकार से अगर करेंगे तो फिर हरियाणा को भी प्रतिकार करना पड़ेगा। अच्छा, और हमने आज तक कभी भी लॉ को अपने हाथ में, कानून को अपने हाथ में लेकर प्रतिकार नहीं करा जिस प्रकार से आपने करा। आपने कानून की धज्जियां उड़ाई हैं बार बार, हमने नहीं करा। हम कानून की शरण में बार बार गए और हमने कानून से इंसाफ मांगा। अब आपका मतलब तो ये आ जाता है कि जी आप सभ्य तरीके से इंसाफ मांगो, हम अपनी मनमर्जी करेंगे, ऐसा नहीं चलेगा जी। चीमा जी, एक ਜਿਹੜੀ ਗੱਲ ਬਾਰ-ਬਾਰ ਹਰਿਆਣਾ ਦੇ ਵੱਲੋਂ ਰੱਖੀ ਜਾਂਦੀ ਹੈ, ਹਰਿਆਣਾ ਦੇ ਆਗੂਆਂ ਦੇ ਵੱਲੋਂ ਕਿ ਜਿਸ ਤਰੀਕੇ ਦੇ ਨਾਲ ਵਿਧਾਇਕਾਂ ਦੀ ਗਿਣਤੀ ਵਧੇਗੀ ਤਾਂ ਉਸ ਦੇ ਮੁਤਾਬਕ ਜੋ ਮੌਜੂਦਾ ਸਥਿਤੀ ਹੈ ਉਹ ਪੋਸੀਬਲ ਨਹੀਂ ਹੈ ਕਿ ਉਸ ਦੇ ਵਿੱਚ ਦੋਵੇਂ ਵਿਧਾਨ ਸਭਾਵਾਂ ਕੰਮ ਕਰ ਸਕਣ। ਤਾਂ ਇਸ ਨੂੰ ਦੇਖਦੇ ਹੋਏ ਕੀ ਇਹ ਫੈਸਲਾ ਤੁਹਾਨੂੰ ਸਹੀ ਨਹੀਂ ਲੱਗਦਾ? ਨਹੀਂ ਦੇਖੋ, ਗਿਣਤੀ ਜਿਹੜੀ ਵਧੇਗੀ ਸਾਰੇ ਦੇਸ਼ ਦੀਆਂ ਅਸੈਂਬਲੀਆਂ ਦੀ ਵਧੇਗੀ, ਕਦੇ ਪੰਜਾਬ ਤੇ ਹਰਿਆਣਾ ਦੀ ਨਹੀਂ ਵਧੇਗੀ। ਸਾਰੇ ਸੂਬਿਆਂ ਦੇ ਆਪਣੀ ਅਸੈਂਬਲੀਆਂ ਵੱਡੀਆਂ ਕਰਨਗੇ, ਆਪੋ ਆਪਣੇ ਸੂਬੇ 'ਚ ਕਰਨਗੇ। ਹੁਣ ਇਹ ਅਡਹੌਕ ਅਰੇਂਜਮੈਂਟ ਸੀ, 5 ਸਾਲ ਬਾਅਦ ਇਹਨਾਂ ਨੇ ਆਪਣੀ ਜਿਹੜੀ ਹੈ ਸੈਕਟਰੀਏਟ ਵੀ ਬਣਾਉਣਾ ਸੀ, ਆਪਣੀ ਵਿਧਾਨ ਸਭਾ ਵੀ ਬਣਾਉਣੀ ਸੀ, ਆਪਣੀ ਦੂਜੀ ਵੀ ਬਣਾਉਣੀ। ਇਹਨਾਂ ਨੇ ਨਹੀਂ ਬਣਾਇਆ। ਅਸੀਂ ਤਾਂ ਕਹਿੰਦੇ ਆ ਜਿਹੜੀ ਜਗ੍ਹਾ ਸਾਨੂੰ ਆਫਰ ਕਰ ਰਹੇ ਹੋ ਉੱਥੇ ਤੁਸੀਂ ਜਿੰਨੀ ਬਣਾਉਣੀ ਚਾਹੁੰਦੇ ਹੋ ਉਸ ਤੋਂ ਡਬਲ ਬਣਾਓ, ਤੁਹਾਨੂੰ ਕੌਣ ਰੋਕਦਾ? ਪੰਜਾਬ ਨੇ ਜਿੱਥੇ ਬਣਾਉਣੀ ਹੋਏਗੀ ਪੰਜਾਬ ਆਪਣਾ ਫੈਸਲਾ ਕਰੇਗਾ। ਜੇ ਸਾਨੂੰ ਜ਼ਰੂਰਤ ਪਈ ਮੈਂ ਇੱਕ ਇਨਸੇ ਕਾਊਂਟਰ ਸਵਾਲ ਪੁੱਛੂੰਗੀ ਜੀ। ਹੁਣ ਜਿਹੜੀ ਇੱਕ ਅਡਹੌਕ ਅਰੇਂਜਮੈਂਟ ਹੈ ਤੁਹਾਨੂੰ ਸਗੋਂ ਮੌਕਾ ਮਿਲ ਰਿਹਾ ਹੈ ਕਿ ਹੁਣ ਪਰਮਾਨੈਂਟ ਇਸੇ ਬਹਾਨੇ ਤੁਹਾਨੂੰ ਨਵੀਂ ਬਣਾਉਣੀ ਪੈਣੀ ਹੈ। ਤੁਸੀਂ ਆਪਣੀ ਪਰਮਾਨੈਂਟ ਜਗ੍ਹਾ ਤੇ ਬਣਾਓ, ਸੈਕਟਰੀਏਟ ਵੀ ਬਣਾਓ, ਹਾਈ ਕੋਰਟ ਵੀ ਬਣਾਓ, ਸਾਰਾ ਕੁਝ ਬਣਾਓ, ਤੁਹਾਨੂੰ ਕੌਣ ਰੋਕਦਾ? एक आखिरी रिएक्शन मलिक जी। मैं एक काउंटर ले रहा हूँ। आप सिर्फ इनसे इतना पूछो, अगर इनके अंदर इस देश के संविधान की तरफ जरा भी श्रद्धा है, इस देश की जुडिशरी की तरफ जरा भी श्रद्धा है, तो मैं इनको आगे बोलता हूँ अकाली दल को, बाकी दलों को छोड़ दो क्योंकि उनके रिप्रेजेंटेटिव यहाँ नहीं है। मैं अकाली दल को खुले तौर पे बोलता हूँ, इतनी तो समर्थता है कि वकील हायर कर सकते हैं तो कोर्ट में केस डाल के ये पहले तो ये बोले कि जी ये एडहॉक अरेंजमेंट था, इसको नहीं कर सकते। और दूसरी चीज ये बोले कि केंद्र सरकार को अधिकार नहीं था जमीन देने का, उन्होंने दे दी। अब अगर इनको देश के संविधान का नहीं पता और न्याय व्यवस्था के लिए इनको कोई इज्जत नहीं है तो फिर तो मैं कुछ नहीं कर सका। लेकिन ये जो कानूनी प्रक्रिया है वो यही है, और अगर इनको इसके ऊपर नहीं मिलता और कोर्ट वापस कर देता है ना तो इनको फिर हमेशा के लिए चुप हो जाना चाहिए और गंदी सियासत लेकिन वो कह रहे ने कि पार्लियामेंटरी मसला ਹੁੰਦਾ ਹੈ, ਕੋਰਟ ਦਾ ਮਸਲਾ ਨਹੀਂ, ਪਾਰਲੀਮੈਂਟਰੀ ਮਸਲਾ ਹੁੰਦਾ ਹੈ। ਜਿੱਥੇ ਵੀ ਕਿਤੇ ਸੂਬਿਆਂ ਦੀ ਇਸ ਤਰੀਕੇ ਦੇ ਨਾਲ ਵੰਡ ਹੋਈ ਹੈ, ਜਿਹੜਾ ਪਹਿਲਾ ਸੂਬਾ ਹੈ ਉਹ ਉਸ ਦੀ ਰਾਜਧਾਨੀ ਰਹਿੰਦੀ ਹੈ, ਦੂਸਰਾ ਸੂਬਾ ਕੁਝ ਸਾਲਾਂ ਬਾਅਦ ਨਵੀਂ ਬਣਵਾਉਂਦਾ ਹੈ। ਜੀ ਚਲੋ ਸਾਡੇ ਕੋਲ